ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ। ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਆਰੀਅਨ ਮਿਸ਼ਨ ਆਰੀਅਨ ਕੰਪਲੀਟ ਹੋ ਗਿਆ, ਪਰ ਜਿਹੜਾ ਸਾਡਾ ਕਾਰਵਾਂ ਸ਼ੁਰੂ ਹੋਇਆ ਸੀ ਆਰੀਅਨ ਦੇ ਮਿਸ਼ਨ ਦੇ ਨਾਲ ਉਹ ਹਾਲੇ ਕੰਪਲੀਟ ਨਹੀਂ ਹੋਇਆ। ਇਹ ਜਿਹੜਾ ਸਾਡਾ ਕਾਰਵਾਂ ਆ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜੋ ਅਸੀਂ ਇੱਕ ਕਮਿਊਨਿਟੀ ਦੀ ਸੇਵਾ ਦੇ ਲਈ, ਕਮਿਊਨਿਟੀ ਦੇ ਕੰਮਾਂ ਦੇ ਲਈ ਇੱਕ ਅਸੀਂ ਮੁਹਿੰਮ ਚਲਾਈ ਆ, ਇਹ ਇਸੇ ਤਰ੍ਹਾਂ ਹੀ ਕਮਿਊਨਿਟੀ ਦੇ ਕੰਮਾਂ ਵਿੱਚ ਤੁਹਾਡੇ ਨਾਲ ਲੱਗ ਕੇ ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਸੇਵਾ ਭਾਵਨਾ ਦੇ ਨਾਲ ਕਰਦੇ ਰਵਾਂਗੇ। ਅੱਜ ਅਸੀਂ ਡੈਲਟਾ ਦੇ ਵਿੱਚ ਆਏ ਆ ਇੱਕ ਬਹੁਤ ਹੀ ਪਿਆਰੇ ਜਿਹੇ ਪਰਿਵਾਰ ਨੂੰ ਮਿਲਣ। ਬੱਚਾ ਆ ਜਿਸ ਦੀ ਉਮਰ 17 ਸਾਲ ਆ, ਜਿਸ ਦੀ ਇੱਕ ਛੋਟੀ ਜਿਹੀ ਜ਼ਰੂਰਤ ਆ। ਕੀ ਆ ਉਸ ਦੀ ਜ਼ਰੂਰਤ, ਉਹ ਉਸ ਦੇ ਨਾਲ ਗੱਲਬਾਤ ਕਰਕੇ ਹੀ ਪਤਾ ਲੱਗੇਗਾ ਕੀ ਉਸ ਬੱਚੇ ਦੀਆਂ ਜ਼ਰੂਰਤਾਂ ਨੇ, ਕੀ ਉਸ ਦੇ ਸੁਪਨੇ ਨੇ, ਕੀ ਉਸ ਦੇ ਪਰਿਵਾਰ ਦੀਆਂ ਜ਼ਰੂਰਤਾਂ ਨੇ। ਸੋ ਆਓ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ। ਬਹੁਤ ਹੀ ਪਿਆਰਾ ਬੱਚਾ ਜਸਕਰਨ ਸਿੰਘ ਸਹੋਤਾ, ਜਿਸ ਨੂੰ ਪਿਆਰ ਨਾਲ ਅਸੀਂ ਜੈਸ ਕਹਿੰਦੇ ਹਾਂ। ਸੋ ਉਸ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ, ਮਿਲਦੇ ਹਾਂ ਪਰਿਵਾਰ ਦੇ ਨਾਲ, ਅਤੇ ਬਾਕੀ ਦੀ ਜਾਣਕਾਰੀ ਅਸੀਂ ਉਹਨਾਂ ਕੋਲੋਂ ਲੈਂਦੇ ਹਾਂ। ਜਿਵੇਂ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਅੱਜ ਮੈਂ ਬਹੁਤ ਹੀ ਖਾਸ ਇੱਕ ਬਹੁਤ ਹੀ ਪਿਆਰੇ ਜਿਹੇ ਨੌਜਵਾਨ ਦੇ ਨਾਲ ਮਿਲਾਉਣ ਦੇ ਲਈ ਤੁਹਾਨੂੰ ਲੈ ਕੇ ਆਈ ਹਾਂ। ਸੋ ਕਹਿੰਦੇ ਕਮਿਊਨਿਟੀ ਦੇ ਵਿੱਚ ਜਦੋਂ ਸਾਂਝੇ ਦੀ ਗੱਲ ਆਉਂਦੀ ਆ ਨਾ, ਤੇ ਸਾਂਝਾ ਟੀਵੀ ਦੀ ਗੱਲ ਆਉਂਦੀ ਆ, ਸੋ ਪੂਰੀ ਕਮਿਊਨਿਟੀ ਦੇ ਲਈ ਸਾਂਝਾ ਟੀਵੀ ਇੱਕ ਪਲੇਟਫਾਰਮ ਆ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਕਮਿਊਨਿਟੀ ਦਾ ਸਾਥ ਦੇ ਸਕੀਏ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਕਿਤੇ ਵੀ ਲੋੜ ਆ ਅਸੀਂ ਉਹਨਾਂ ਦੀ ਉਹ ਲੋੜ ਪੂਰੀ ਕਰ ਸਕੀਏ। ਸੋ ਬਹੁਤ ਹੀ ਪਿਆਰੀ ਜੀ ਫੈਮਿਲੀ ਹੈ ਜਿਨ੍ਹਾਂ ਦੇ ਕੋਲ ਅੱਜ ਅਸੀਂ ਮਿਲਣ ਦੇ ਲਈ ਆਏ ਹਾਂ। ਸੋ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਲਖਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹੈਲੋ ਜਸਕਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਖਵੀਰ ਜੀ, ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਜਾਣਨਾ ਚਾਹੂੰਗੀ ਤੁਹਾਡੇ ਪਿੰਡ ਦੇ ਬਾਰੇ, ਥੋੜ੍ਹਾ ਮੈਨੂੰ ਆਪਣੀ ਬੈਕਗਰਾਊਂਡ ਦੇ ਬਾਰੇ ਦੱਸਿਓ ਜੀ। ਹਾਂਜੀ, ਮੈਂ ਇੰਡੀਆ ਤੋਂ ਪਿੰਡ ਖੱਖਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਂ ਜੀ। ਉੱਥੇ ਮੇਰੇ ਮਮ ਡੈਡ ਦਾ ਪਿੰਡ ਆ, ਤੇ ਆਪਾਂ ਇੱਥੇ ਆਏ ਸੀਗੇ 2004 ਦੇ ਵਿੱਚ, ਤੇ ਜੈਸ ਇੰਡੀਆ ਦਾ ਬੋਰਨ ਆ। ਸੋ ਜੈਸ 2004 ਦੇ ਵਿੱਚ ਤੁਹਾਡੇ ਨਾਲ ਇੰਡੀਆ ਤੋਂ ਇੱਥੇ ਆਇਆ ਸੀ। ਹਾਂਜੀ। ਤੇ ਜਦੋਂ ਜੈਸ ਦੀ ਅਸੀਂ ਗੱਲ ਕਰਦੇ ਹਾਂ, ਥੋੜਾ ਜਿਹਾ ਸਾਨੂੰ ਜੈਸ ਜਸਕਰਨ ਨੂੰ ਪਿਆਰ ਦੇ ਨਾਲ ਜੈਸ ਕਹਿੰਦੇ ਆ। ਸੋ ਜੈਸ ਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿ ਕੀ ਕੰਪਲਿਕੇਸ਼ਨਸ ਹੈ ਜਸਕਰਨ ਨੂੰ। ਜਸਕਰਨ ਨੂੰ ਅਸੀਂ ਜਦੋਂ ਇੰਡੀਆ ਤੋਂ ਬੋਰਨ ਆ ਤੇ ਉੱਥੋਂ ਉਹਨਾਂ ਨੇ ਡਾਕਟਰ ਨੇ ਕਿਹਾ ਸੀ ਕਿ ਠੀਕ ਠਾਕ ਆ, ਤੇ ਜਦੋਂ ਅਸੀਂ ਇੱਥੇ ਪਹੁੰਚੇ ਸੀਗੇ ਤੇ ਅਸੀਂ ਜਦੋਂ ਇੱਥੇ ਆ ਕੇ ਚੈੱਕਅਪ ਕਰਾਇਆ ਤੇ ਡਾਕਟਰ ਨੇ ਜਦੋਂ ਇਹਦੇ ਟੈਸਟ ਵਗੈਰਾ ਕੀਤੇ ਤਾਂ ਉਹਨਾਂ ਨੇ ਇਹਨੂੰ ਡਾਇਗਨੋਸ ਕਰਤਾ ਕਿ ਇਹਨੂੰ ਸੀਪੀ ਆ। ਸੀਪੀ ਦਾ ਸੈਰੇਬਰਲ ਪਾਲਸੀ ਆ। ਠੀਕ ਹੈ ਜੀ। ਜੀ। ਤੇ ਜਿਹੜੀ ਕਿ ਇਹਦਾ ਬ੍ਰੇਨ ਤੋਂ ਜਿਹੜਾ ਫੰਕਸ਼ਨ ਆ ਉਹ ਲੋਅਰ ਪਾਰਟ ਨੂੰ ਸਲੋ ਜਾਂਦਾ ਆ। ਉਹਨਾਂ ਨੇ ਤੇ ਫਿਰ ਇਲਾਜ ਦੇ ਲਈ ਕੀ ਇਹਨਾਂ ਨੇ ਤੁਹਾਨੂੰ ਦੱਸਿਆ ਸੀ? ਸ਼ੁਰੂ ਤੋਂ ਇਲਾਜ ਚੱਲ ਰਿਹਾ ਹੈ? ਹਾਂਜੀ, ਇਲਾਜ ਚੱਲ ਰਿਹਾ ਸੀ। ਵੈਸੇ ਤਾਂ ਜਿਹੜੀ ਸੀਪੀ ਆ ਨੋ ਕਿਉਰ ਆ, ਪਰ ਫਿਰ ਵੀ ਜਿੱਦਾਂ ਉਹਨਾਂ ਨੇ ਦੇਖ ਕੇ ਕਿ ਇਹਨੂੰ ਕਿਹੜੀ ਚੀਜ਼ ਦੀ ਉਸ ਟਾਈਮ ਤੇ ਲੋੜ ਸੀ, ਇਹਦੀ ਬੈਕ ਦੀ ਸਰਜਰੀ ਰਿਜ਼ੋਨਮੀ ਉਹਨਾਂ ਨੇ ਉਹ ਕੀਤੀ ਸੀ। ਫਿਰ ਉਹਦੇ ਨਾਲ ਇਹਦੀ ਬੈਕ ਦੀ ਥੋੜਾ ਸਟਰੋਂਗ ਹੋਈ ਸੀ ਕਿਉਂਕਿ ਇੰਨਾ ਨਹੀਂ ਸੀ। ਫਿਰ ਬਾਅਦ ਵਿੱਚ ਉਹਨਾਂ ਨੇ ਇਹਦੀ ਹਿਪ ਦੀ ਸਰਜਰੀ ਕੀਤੀ ਕਿਉਂਕਿ ਹਿਪ ਵੀ ਥੋੜੀ ਟੇਢੀ ਸੀ। ਉਹ ਕਹਿੰਦਾ ਸੀ ਅੱਗੇ ਜਿੱਦਾਂ ਜਿੱਦਾਂ ਇਹ ਵੱਡਾ ਹੋਊਗਾ ਤੇ ਹੋ ਸਕਦਾ ਇਹਨੂੰ ਬੈਠਣ 'ਚ ਵੀ ਪ੍ਰੋਬਲਮ ਆ ਜਾਏ ਕਿਉਂਕਿ ਹਿਪ ਟੇਢੀ ਆ। ਉਹ ਵੀ ਫਿਕਸ ਕੀਤੀ ਸੀ। ਫਿਰ ਇੱਕ ਟੈਂਡਰ ਲੈਂਥਨਿੰਗ ਦੀ ਕੀਤੀ ਸੀ ਕਿਉਂਕਿ ਬੋਡੀ 'ਚ ਬਹੁਤ ਸਟਿਫਨੈਸ ਸੀਗੀ ਤੇ ਇਹਦੇ ਸਪੈਸਟਿਸਿਟੀ ਬਹੁਤ ਸੀ ਲੱਤਾਂ ਬਾਹਾਂ ਦੇ ਵਿੱਚ, ਪਰ ਉਹ ਹੁਣ ਥੋੜਾ ਬੈਟਰ ਹੈ ਉਹਦੇ ਨਾਲੋਂ। ਜੀ। ਤੇ ਉਦੋਂ ਤੋਂ ਲੈ ਕੇ ਫਿਰ ਜੈਸ ਸਪੈਸ਼ਲ ਟ੍ਰੀਟਮੈਂਟ ਤੁਸੀਂ ਆਪ ਹੀ ਇਹਦੀ ਸਾਰੀ ਟੇਕ ਕੇਅਰ ਕਰਦੇ ਹੋ ਜੀ? ਹਾਂਜੀ, ਮੈਂ ਹੀ ਕਰਦੀ ਹਾਂ, ਸ਼ੁਰੂ ਤੋਂ ਮੈਂ ਹੀ ਕਰ ਰਹੀ ਹਾਂ। ਤੇ ਜੈਸ ਦੇ ਫਾਦਰ ਬਾਰੇ ਦੱਸੋਗੇ, ਇਹਦੇ ਡੈਡ ਬਾਰੇ ਸਾਨੂੰ? ਹਾਂਜੀ, ਇਹਦੇ ਡੈਡ ਤਾਂ ਐਕਸਪਾਇਰ ਹੋ ਗਏ ਆ। 4 ਸਾਲ ਹੋ ਗਏ ਉਹਨਾਂ ਨੂੰ ਐਕਸਪਾਇਰ ਹੋਇਆ ਨੂੰ। ਹਾਂਜੀ ਜੀ। ਤੇ ਜਦੋਂ ਅਸੀਂ ਲਖਵੀਰ ਜੀ ਗੱਲ ਕਰਦੇ ਹਾਂ ਕਿ ਤੁਸੀਂ ਗੋ ਫੰਡ ਮੀ ਪੇਜ ਇੱਕ ਚਲਾਇਆ ਜੈਸ ਦੇ ਲਈ, ਤੇ ਜੈਸ ਬਿਲਕੁਲ ਵੀ ਆਪ ਤੁਰ ਫਿਰ ਨਹੀਂ ਸਕਦੇ, ਕੁਝ ਵੀ ਨਹੀਂ ਕਰ ਸਕਦੇ? ਨਹੀਂ, ਜੈਸ ਤੋੜ ਨਹੀਂ ਸਕਦਾ ਬਿਕੋਜ਼ ਜੇ ਸਪੋਰਟ ਦੇ ਨਾਲ ਅਸੀਂ ਕਹਿੰਦੇ ਤਾਂ ਬਹੁਤ ਸ਼ਾਰਟ ਡਿਸਟੈਂਸ ਜਾ ਸਕਦਾ ਵਾਕਰ ਦੇ ਨਾਲ, ਪਰ ਜੇ ਇਹਨੂੰ ਹੋਲਡ ਕਰਨੇ ਦੀ ਗੱਲ ਆਉਂਦੀ ਹੈ ਤੇ ਇਹਦੇ ਲਈ ਫਿਰ ਬਹੁਤ ਸਟਰੋਂਗ ਬੰਦਾ ਚਾਹੀਦਾ ਜਿਹੜਾ ਇਹਨੂੰ ਹੋਲਡ ਕਰ ਸਕੇ। ਤੇ ਤੁਸੀਂ ਕੀ ਕੰਮ ਕਰਦੇ ਹੋ ਲਖਵੀਰ? ਮੈਂ ਕੁਝ ਖਾਸ ਨਹੀਂ ਕਰਦੀ, ਮੈਂ ਸਿਰਫ ਜਸਟ ਕਲੀਨ ਅਪ ਤਾਂ ਕਰਦੀ ਹਾਂ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਇੱਥੇ ਦੇ ਸਿਸਟਮ ਦੇ ਵਿੱਚ, ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ, ਤੇ ਜੈਸ ਨੂੰ ਇਹੋ ਜਿਹਾ ਕੋਈ ਬੈਨੀਫਿਟ ਇਹਦੇ ਲਈ ਕੁਝ ਖਾਸ ਤੁਹਾਨੂੰ ਸਰਕਾਰ ਵੱਲੋਂ ਕੋਈ ਇਦਾਂ ਦੀ ਵਿੱਤੀ ਮਦਦ ਕੁਝ ਮਿਲ ਰਹੀ ਹੈਗੀ ਹੈ? ਇਹਦੇ ਲਈ ਸਾਨੂੰ ਜਿਹੜੇ ਬੱਚਿਆਂ ਨੂੰ ਮਿਲਦੇ ਆ ਪੈਸੇ ਉਹ ਮਿਲਦੇ ਆ, ਇਹਦੀ ਡਿਸੇਬਿਲਿਟੀ ਆ ਰਹੀ ਹੈ ਜਿਹੜੀ ਉਹ ਆ ਰਹੀ ਹੈ, ਤੇ ਇੱਕ ਉਹ ਸਾਨੂੰ ਦੇ ਰਿਹਾ ਰੈਸਪੈਕਟ ਮਨੀ ਜਿਹੜੀ ਕਿ ਟਾਈਮ ਤੇ ਜਿੱਦਾਂ ਕਿ ਮੈਂ ਇਹਦੇ ਲਈ ਯੂਜ਼ ਕਰ ਸਕਦੀ ਹਾਂ। ਜਦੋਂ ਮੈਂ ਕਿਸੇ ਨੂੰ ਹਾਇਰ ਕਰਾਂ ਤੇ ਮੈਂ ਉਹਨੂੰ ਆਪ ਪੇ ਕਰਾਂ ਕਿਉਂਕਿ ਉਹ ਮੈਨੂੰ ਦਿੰਦੇ ਆ ਕਿਉਂਕਿ ਮੈਂ ਕਿਸੇ ਨੂੰ ਹਾਇਰ ਕਰਕੇ ਪੇ ਕਰ ਸਕਾਂ।
ਤੇ ਤੁਸੀਂ ਇਹਨਾਂ ਦੇ ਦੇਖਭਾਲ ਦੇ ਲਈ ਕਿਸੇ ਨੂੰ ਰੱਖਿਆ ਹੈਗਾ ਆ? ਵੈਸੇ ਤਾਂ ਪਹਿਲੀ ਤਾਂ ਗੱਲ ਬਹੁਤ ਫਾਈਂਡ ਕਰਨਾ ਬਹੁਤ ਔਖਾ। ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹ ਮੈਨੂੰ ਦੇ ਦੇਣ ਕੋਈ ਲੱਭ ਕੇ, ਕਿਉਂਕਿ ਜਦੋਂ ਉਹ ਪੇ ਕਰਦੇ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਉਸ ਪਰਸਨ ਦੀਆਂ ਕਵਰ ਕਰਨੀਆਂ ਪੈਂਦੀਆਂ, ਤੇ ਉਹ ਕਹਿੰਦੇ ਕਿ ਜੇ ਤੁਸੀਂ ਆਪਣੇ ਬੇਸ ਤੇ ਲੱਭੋਗੇ ਤੇ ਸ਼ਾਇਦ ਤੁਹਾਨੂੰ ਥੋੜਾ ਪੇ ਕਰਕੇ ਤੇ ਤੁਹਾਨੂੰ ਤੁਸੀਂ ਲੰਬੇ ਘੰਟੇ ਬਾਏ ਕਰ ਸਕੋਗੇ। ਤੇ ਮੁਸ਼ਕਲ ਹੈ ਕਿ ਕਿਸੇ ਨੂੰ ਤੁਸੀਂ ਲੱਭੋ ਤੇ ਅਗਲਾ ਤੁਹਾਡੇ ਬੱਚੇ ਲਈ ਕਰ ਸਕੇ। ਸੋ ਟਰਾਈ ਮੈਂ ਬਹੁਤ ਕੀਤੀ, ਵਿੱਚ ਮੈਂ ਲੱਭੇ ਵੀ ਸੀ ਜਿਨ੍ਹਾਂ ਨੇ ਹੈਲਪ ਕੀਤੀ, ਜਿੱਦਾਂ ਕਿ ਸ਼ਾਵਰ ਕਰਾ ਦੇਣਾ, ਇਹਦੀ ਐਕਸਰਸਾਈਜ਼ ਕਰਾ ਦੇਣੀ, ਇਦਾਂ ਦੀਆਂ ਚੀਜ਼ਾਂ ਦੀ। ਜੀ। ਤੇ ਜਿਸ ਕਾਰਨ ਤੁਸੀਂ ਕਿਹੜੀ ਕਲਾਸ 'ਚ ਹੁਣ ਪੜ੍ਹਦੇ ਆ? ਮੈਂ 12ਵੀਂ ਪੂਰੀ ਕਰ ਲਈ ਆ। ਅੱਛਾ, 12 ਗ੍ਰੇਡ ਕਰ ਲਈ ਆ। ਗ੍ਰੈਜੂਏਸ਼ਨ ਹੋ ਗਈ ਤੁਹਾਡੀ? ਹਾਂਜੀ। ਕੰਗ੍ਰੈਚੁਲੇਸ਼ਨ ਜਸਕਰਨ। ਥੈਂਕ ਯੂ। ਔਰ ਮੈਨੂੰ ਪਤਾ ਤੁਸੀਂ ਜੈਸ ਕਹਿਣਾ ਜ਼ਿਆਦਾ ਪਸੰਦ ਕਰਦੇ ਆ ਨਾ? ਹਾਂਜੀ। ਸੋ ਜੈਸ ਜਦੋਂ ਗ੍ਰੈਜੂਏਸ਼ਨ ਹੋਈ ਸੀਗੀ ਉਦੋਂ ਦੀ ਸਾਡੇ ਨਾਲ ਕੋਈ ਗੱਲ ਸ਼ੇਅਰ ਕਰਨੀ ਹੈ? ਖਾਸ ਕੌਣ ਗਿਆ ਸੀ ਤੁਹਾਡੇ ਨਾਲ ਗ੍ਰੈਜੂਏਸ਼ਨ ਤੇ? ਤਾਂ ਮੰਮੀ ਤੇ ਮੇਰੀ ਸਿਸਟਰ। ਓਕੇ, ਦੈਟਸ ਗੁੱਡ। ਤੇ ਹੁਣ ਕੀ ਕਰਨਾ ਜੈਸ ਨੇ? ਉਹਨਾਂ ਨੇ ਸਕੂਲ ਵਾਲਿਆਂ ਨੇ ਇੱਕ year ਦਿੱਤਾ ਆ, ਸੋ ਉਸ ਤੋਂ ਬਾਅਦ ਦੇਖਾਂਗੇ। ਕੀ ਬਣਨਾ ਚਾਹੁੰਦਾ ਜੈਸ? ਕੀ ਬਣਨਾ ਚਾਹੁੰਦਾ ਆ? ਸਟੱਡੀ ਕਰਕੇ? ਹਜੇ ਪਤਾ ਨਹੀਂ। ਹਜੇ ਪਤਾ ਨਹੀਂਗਾ। ਦੈਟਸ ਵੈਰੀ ਗੁੱਡ। ਪਰ ਡ੍ਰੀਮ ਹੈ ਨਾ ਜਿਸ ਕਾਰਨ ਦਾ? ਹਾਂਜੀ। ਦੈਟਸ ਗੁੱਡ। ਸੋ ਸੁਪਨੇ ਲੈਣੇ ਚਾਹੀਦੇ ਆ, ਡ੍ਰੀਮ ਵੱਡੇ ਰੱਖਣੇ ਚਾਹੀਦੇ ਆ। ਔਰ ਮੈਨੂੰ ਤੁਸੀਂ ਦੱਸੋ, ਜਿਹੜੀ ਚੇਅਰ 'ਚ ਤੁਸੀਂ ਹੁਣ ਬੈਠੇ ਆ, ਇਹ ਚੇਅਰ ਨਾਰਮਲ ਚੇਅਰ ਹੈ ਜਾਂ ਇਹ ਕੋਈ ਤੁਹਾਨੂੰ ਤੁਰਨ ਦੇ ਵਿੱਚ ਸਪੋਰਟ ਕਰਦੀ ਹੈ? ਕੀ ਡਿਫਰੈਂਸ ਹੈ ਇਹਦਾ? ਇੱਕ ਨੋਰਮਲ ਆ। ਇੱਕ ਮੈਂ ਰਹਿ ਸਕਦਾ, ਇੱਕ ਖੜਾ ਨਹੀਂ ਹੋ ਸਕਦਾ। ਤੇ ਤੁਸੀਂ ਇੱਕ ਪੇਜ GoFundMe ਇੱਕ ਸੈੱਟ ਕੀਤਾ ਆ? ਹਾਂਜੀ। ਜੈਸ ਸਹੋਤਾ ਦੇ ਨਾਂ ਤੇ। ਉੱਤੇ ਬੜੀ ਕਿਊਟ ਜੀ ਤੁਹਾਡੀ ਫੋਟੋ ਲੱਗੀ ਹੈ, ਪਰ ਮੈਂ ਤੁਹਾਡਾ ਮੂੰਹ ਨਹੀਂ ਦੇਖਿਆ ਉਸ ਫੋਟੋ ਦੇ ਵਿੱਚ। ਮੈਂ ਮਿਸ ਕਰਦੀ ਸੀ, ਮੈਂ ਮੂੰਹ ਨਹੀਂ ਦੇਖਿਆ। ਫਿਰ ਮੈਂ ਤੁਹਾਨੂੰ ਮਿਲਣ ਘਰ ਆ ਗਈ। ਹਾਂਜੀ। ਤੁਸੀਂ ਬਹੁਤ ਕਿਊਟ ਆ। ਥੈਂਕ ਯੂ। ਔਰ ਜੈਸ ਮੈਨੂੰ ਦੱਸੋ ਕਿ GoFundMe ਦੇ ਆਪਾਂ ਜਿਹੜੇ ਪੈਸੇ ਆ ਆਪਾਂ ਉੱਥੇ ਪਾਈ ਹੈਗੀ ਆ ਫੰਡਿੰਗ, ਤੇ ਉਹ ਆਪਾਂ ਕੀ ਕਰਨੀ ਆ? ਕਾਹਦੇ ਲਈ ਆਪਾਂ ਇਕੱਠੀ ਕਰਦੇ ਆ? ਉਹ ਨਵੀਂ ਵੀਲ ਚੇਅਰ ਆ। ਤੇ ਉਹ ਚੇਅਰ ਕੀ ਕਰ ਸਕਦੀ ਹੈ ਜੈਸ ਲਈ? ਉਹ ਘੁੰਮ ਸਕਦੀ ਆ, ਨਹੀਂ ਖੜਾ ਕਰ ਸਕਦੀ ਆ ਮੈਨੂੰ। ਆਪਾਂ ਜ਼ਰੂਰ ਬਾਈ ਕਰਾਂਗੇ ਉਹ ਚੇਅਰ, ਤੇ ਜੈਸ ਨੂੰ ਅਸੀਂ ਖੜਾ ਹੁੰਦਾ ਵੀ ਦੇਖਾਂਗੇ, ਹਨਾ? ਹਾਂਜੀ ਜੀ। ਔਰ ਲਖਵੀਰ, ਜਦੋਂ ਅਸੀਂ ਗੱਲ ਕਰਦੇ ਆ ਚੇਅਰ ਦੀ ਗੱਲ ਕਰਦੇ ਆ, ਜਿੱਦਾਂ ਹੁਣ ਜੈਸ ਨੇ ਦੱਸਿਆ ਸਾਨੂੰ ਕਿ ਉਹ ਵੀਲ ਚੇਅਰ ਬਾਈ ਕਰਨੀ ਪੈਣੀ ਆ, ਤੇ ਕੋਈ ਚੈਰਿਟੀ ਜਾਂ ਕੋਈ ਗਵਰਨਮੈਂਟ ਵੱਲੋਂ ਕੋਈ ਫੰਡਿੰਗ ਤੁਹਾਨੂੰ ਇਹੋ ਜੀ ਮਦਦ ਮਿਲਦੀ ਹੈਗੀ ਆ? ਹਾਂਜੀ, ਸਾਨੂੰ ਐਟ ਹੋਮ ਪ੍ਰੋਗਰਾਮ ਜਿੱਦਾਂ ਹੁਣ ਤੱਕ ਕਵਰ ਕਰਦਾ ਵੀ ਰਿਹਾ ਹੈ, ਤੇ ਹੋਰ ਵੀ ਚੈਰਿਟੀਜ਼ ਜਿਹੜੀਆਂ ਸਾਨੂੰ ਹੈਲਪ ਕਰਦੀਆਂ ਰਹੀਆਂ, ਇਹਦੀ ਕੋਈ ਵੀ ਆਪਾਂ ਇਕਵਿਪਮੈਂਟ ਲੈਂਦੇ ਸੀਗੇ। ਪਰ ਹੁਣ ਐਟ ਹੋਮ ਪ੍ਰੋਗਰਾਮ ਜਿਹੜਾ ਉਹ ਬੇਸਿਕ ਜਿਹੜੀ ਉਹ ਕਵਰ ਕਰਦਾ ਹੈ, ਜ਼ਿਆਦਾ ਨਹੀਂ। ਹੁਣ ਉਹਨਾਂ ਨੇ ਵੀ ਜਿਹੜੀ ਥੋੜੀ ਫੰਡਿੰਗ ਦਿੱਤੀ ਹੈ, 1-2 ਚੈਰਿਟੀਜ਼ ਤੋਂ ਹੋਰ ਵੀ ਸਾਨੂੰ ਮਿਲੀ ਆ ਫੰਡਿੰਗ, ਪਰ ਕੁਝ ਚੈਰਿਟੀਜ਼ ਇਸ ਲਈ ਬੰਦ ਹੈਗੀਆਂ, ਕੋਈ ਰਿਸਪੌਂਸ ਸਾਨੂੰ ਮਿਲਿਆ ਨਹੀਂ ਹੈਗਾ। ਤੇ ਜਿਹਦੇ ਲਈ ਫਿਰ ਸਾਨੂੰ ਇਦਾਂ ਲੱਗਾ ਕਿ ਜਿੱਦਾਂ ਕਿ ਇਹਦੇ ਬਰਥਡੇ ਤੋਂ ਪਹਿਲਾਂ ਸਾਨੂੰ ਚਾਹੀਦਾ ਆ, ਤਾਂ ਸਾਨੂੰ ਲੱਗਾ ਕਿ ਸਾਨੂੰ ਕੁਝ ਆਪ ਦੇਖਣਾ ਚਾਹੀਦਾ। ਜਿੱਦਾਂ ਫਿਰ ਸਾਨੂੰ ਕਿਹਾ ਵੀ ਗਿਆ ਕਿ ਤੁਸੀਂ GoFundMe ਪੇਜ ਓਪਨ ਕਰ ਲਓ, ਮਾਈਟ ਵੀ ਉੱਥੇ ਆਪਾਂ ਕੁਝ ਕਰ ਸਕਦੇ ਆ। ਕਿੰਨੀ ਫੰਡਿੰਗ ਟੋਟਲ ਚੇਅਰ ਬਾਈ ਕਰਨ ਲਈ ਤੁਹਾਨੂੰ ਚਾਹੀਦੀ ਹੈ? ਟੋਟਲ ਉਹਦੀ ਕਾਸਟ ਹੈਗੀ ਆ 49,000, ਇਨਕਲੂਡਿੰਗ ਆਲ ਟੈਕਸਸ ਐਵਰੀਥਿੰਗ? ਹਾਂਜੀ, ਸਾਰਾ ਕੁਝ ਪਾ ਕੇ। ਸੋ 49,000, ਇੱਕ ਘੱਟ 50,000। ਤੇ ਤੁਹਾਡੇ ਕੋਲ ਕਿੰਨੀ ਫੰਡਿੰਗ ਇਸ ਵੇਲੇ ਜਮਾ ਹੈ? ਇਸ ਵੇਲੇ ਮੇਰੇ ਕੋਲ ਬਾਕੀ ਸਾਰਾ ਕੁਝ ਕਰਕੇ 25,000 ਘੱਟ ਹੁੰਦੀ ਆ। ਸੋ 25,000 ਹੋਰ ਚਾਹੀਦੀ ਆ। ਤੇ ਤੁਸੀਂ GoFundMe ਤੇ ਜਿਹੜਾ ਪਾਇਆ ਉੱਥੇ ਤਕਰੀਬਨ 4,000 ਜਮਾ ਹੋਇਆ ਤੁਹਾਡਾ, ਉਹ 4 ਵਿੱਚ ਪਾ ਕੇ ਚਾਹੀਦਾ ਜਾਂ ਉਸ ਤੋਂ ਇਲਾਵਾ 25 ਤੁਹਾਨੂੰ ਹੋਰ ਚਾਹੀਦਾ? ਹਾਂਜੀ, ਉਸ ਤੋਂ ਇਲਾਵਾ 25 ਚਾਹੀਦਾ। ਸੋ ਟੋਟਲ 25,000 ਤੁਹਾਨੂੰ GoFundMe ਤੇ ਚਾਹੀਦਾ ਹੈਗਾ ਆ। ਤੇ ਉਹ ਚੇਅਰ ਜਦੋਂ ਤੁਸੀਂ ਜੈਸ ਦੇ ਲਈ ਬਾਈ ਕਰੋਗੇ, ਤੇ ਉਹ ਚੇਅਰ ਦੇ ਨਾਲ ਤੁਹਾਨੂੰ ਇਹਨੂੰ ਕੀ ਬੈਨੀਫਿਟ ਹੋਣਗੇ ਜੈਸ ਨੂੰ? ਉਹਦੇ ਨਾਲ ਬੈਨੀਫਿਟ ਇਹ ਹੋਊਗਾ ਕਿ ਇੱਕ ਤਾਂ ਉਹਦੇ ਤੇ ਜੈਸ ਦਾ ਉਹਦੇ ਤੇ ਸਟੈਂਡਿੰਗ ਫੰਕਸ਼ਨ ਹੈਗਾ ਕਿ ਜੈਸ ਉਹਦੇ ਨਾਲ ਖੜਾ ਹੋ ਸਕਦਾ ਹੈ, ਤੇ ਜੇ ਕੋਈ ਹਾਈਟ ਚੀਜ਼ ਆ ਇਹ ਰੀਚ ਕਰ ਸਕਦਾ। ਜਿੱਦਾਂ ਕਿ ਅਸੀਂ ਉਹਨਾਂ ਨੇ ਟਰਾਈ ਕੀਤਾ ਸੀ ਕਿ ਜਦੋਂ ਜੈਸ ਵੱਡਾ ਹੋ ਜਾਂਦਾ ਥੋੜਾ ਇੰਡੀਪੈਂਡੈਂਟ ਹੋਵੇ, ਕਿ ਕੱਲ ਨੂੰ ਇਹ ਵੀਲ ਚੇਅਰ ਤੇ ਬੈਠਾ ਹੋਵੇ ਤੇ ਇਹਨੂੰ ਕੋਈ ਚੀਜ਼ ਲੈਣੀ ਹੋਵੇ ਤੇ ਇਹਨੂੰ ਕਿਸੇ ਵੱਲ ਦੇਖਣਾ ਨਾ ਪਵੇ, ਇਹ ਆਪ ਰੀਚ ਕਰ ਸਕੇ, ਭਾਵੇਂ ਸ਼ਾਪਿੰਗ ਜਾਂਦਾ ਹੋਵੇ ਭਾਵੇਂ ਘਰ ਹੋਵੇ, ਤਾਂ ਕਿ ਉੱਪਰੋਂ ਹਾਈ ਜਿਹੜੀ ਚੀਜ਼ ਆ ਉਹ ਰੀਚ ਕਰ ਲਵੇ। ਦੂਸਰਾ ਉਹਦਾ ਇਹ ਹੈਗਾ ਕਿ ਉਹ ਵੀਲ ਚੇਅਰ ਜਿਹੜੀ ਆ ਉਹ ਇਹਨੂੰ ਪਿੱਛੇ ਨੂੰ ਬੈਕ ਜਿਹੜੀ ਉਹਦੀ ਰੈਸਟ ਦਿੰਦੀ ਆ, ਉਹ ਬੈਕ ਪਿੱਛੇ ਨੂੰ ਫਲੈਟ ਹੋ ਜਾਂਦੀ ਆ, ਇਹਦੇ ਜਿੱਦਾਂ ਬੰਮ ਤੇ ਜ਼ਿਆਦਾ ਪ੍ਰੈਸ਼ਰ ਨਹੀਂ ਪੈਂਦਾ, ਫਿਰ ਇਹ ਬੋਡੀ ਆਪਣੀ ਰਿਲੈਕਸ ਕਰ ਸਕਦੀ।
ਸੋ ਜਿੱਦਾਂ ਹੁਣ ਇਹਦੇ ਵਿੱਚ ਨਾਰਮਲ ਚੇਅਰ ਆ, ਇਹਦੇ ਵਿੱਚ ਕੋਈ ਫੰਕਸ਼ਨ ਹੈ ਬੈਠ ਨਹੀਂਗਾ ਹੀ ਨਾ, ਸਕਦਾ ਹੈ, ਹਾਂਜੀ ਇਹਦੇ ਵਿੱਚ ਸਿਰਫ ਬੈਠ ਸਕਦਾ। ਜੀ। ਫਿਰ ਇਹਨੂੰ ਲਿਜਾਣ ਦੇ ਲਈ ਬਾਹਰ ਅੰਦਰ ਤੁਹਾਨੂੰ ਪ੍ਰੋਬਲਮ ਹੁੰਦੀ ਹੋਊਗੀ ਇਸ ਚੇਅਰ ਦੇ ਨਾਲ? ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਬਿਕੋਜ਼ ਫਿਰ ਅਸੀਂ ਪੁਸ਼ ਕਰਦੇ ਹਾਂ, ਕਿਉਂਕਿ ਇੰਨਾ ਇਹਦੇ ਕੋਲ ਜ਼ਿਆਦਾ ਵੀਲ ਹੁੰਦਾ ਨਹੀਂ। ਜਦੋਂ ਅਸੀਂ ਜਾਣਾ ਅਸੀਂ ਇਹਨੂੰ ਆਪ ਪੁਸ਼ ਕਰਕੇ ਲੈ ਕੇ ਜਾਂਦੇ ਤੇ ਉਹ ਜਿਹੜੀ ਪਾਵਰ ਚੇਅਰ ਦੀ ਆਪਾਂ ਗੱਲ ਕਰਦੇ ਹਾਂ ਜਿਹਦੇ ਲਈ ਫੰਡਿੰਗ ਕਰ ਰਹੇ ਹਾਂ, ਉਹਦੇ ਵਿੱਚ ਇਹ ਸਾਰੇ ਫੰਕਸ਼ਨ ਹਾਂ। ਹੋਣਗੇ? ਉਹਦੇ 'ਚ ਇਹ ਫੰਕਸ਼ਨ ਹੈਗੇ ਤੇ ਉਹਦੇ ਵਿੱਚ ਇੱਕ ਮੈਮਰੀ ਫੰਕਸ਼ਨ ਵੀ ਹੈਗਾ ਕਿ ਜੇ ਸੀਟਿੰਗ ਮੈਮਰੀ ਆ ਕਿ ਜੈਸ ਦੀ ਜਿੱਥੇ ਆਪਾਂ ਸੀਟਿੰਗ ਸੈੱਟ ਕੀਤੀ ਆ, ਭਾਵੇਂ ਇਹ ਖੜਾ ਹੋ ਜਾਂਦਾ ਆ, ਭਾਵੇਂ ਇਹ ਲੰਮਾ ਪੈ ਜਾਂਦਾ ਆ, ਭਾਵੇਂ ਇਹ ਆਪਣਾ ਕਿੱਦਾਂ ਵੀ ਘੁੰਮ ਲੈਂਦਾ, ਪਰ ਮੁੜ ਕੇ ਉਹ ਸੀਟ ਨੇ ਉੱਥੇ ਜਾ ਕੇ ਆਪੇ ਸੈੱਟ ਹੋ ਜਾਣਾ। ਤੇ ਅੱਛਾ ਜੈਸ, ਕਦੋਂ ਤੁਸੀਂ ਮੈਂ ਤੁਹਾਤੋਂ ਜਾਣਨਾ ਚਾਹੂੰਗੀ ਕਦੋਂ ਸੈੱਟ ਕੀਤਾ ਸੀ GoFundMe ਪੇਜ? ਹੈਵ ਐਨੀ ਆਈਡੀਆ? ਤੁਹਾਨੂੰ ਯਾਦ ਹੈ ਕੁਝ? ਨਹੀਂ ਪਤਾ? ਨਹੀਂ ਯਾਦ ਜੀ। ਨਹੀਂ? ਓਕੇ, ਸੋ ਕੀ ਮੈਸੇਜ ਆ ਜਿਹੜਾ GoFundMe ਪੇਜ ਆ ਉਹਦੇ ਉੱਤੇ ਕੀ ਮੈਸੇਜ ਦੇਣਾ ਤੁਸੀਂ ਚਾਹੁੰਦੇ ਆ ਲੋਕਾਂ ਨੂੰ ਕਿ ਉਹ ਜੈਸ ਦੀ ਕਿਵੇਂ ਹੈਲਪ ਕਰ ਸਕਦੇ ਆ? ਪੈਸੇ ਡੋਨੇਟ ਕਰੋ। ਹਾਂਜੀ ਜੀ। ਤੇ ਲਖਵੀਰ, ਉਹ ਜਿਹੜਾ GoFundMe ਦਾ ਆ ਤੇ ਉਹਦੀ ਚੇਅਰ ਦੀ ਜਿਹੜੀ ਹੈਗੀ ਆ 49,000 ਤੁਸੀਂ ਕਿਹਾ ਆ, ਜੀ। ਤੇ GoFundMe ਤੇ ਕਮਿਊਨਿਟੀ ਵੱਲੋਂ ਕਿੰਨਾ ਕੁ ਹਾਲੇ ਤੱਕ ਤੁਹਾਨੂੰ ਸਹਿਯੋਗ ਆ ਰਿਹਾ ਹੈਗਾ? ਕਿ ਤੁਹਾਨੂੰ ਲੋਕੀ ਕਾਲਸ ਵੀ ਕਰ ਰਹੇ ਆ, ਸਵਾਲ ਜਵਾਬ ਵੀ ਪੁੱਛ ਰਹੇ ਹੈਗੇ? ਨਹੀਂ, ਮੈਨੂੰ ਕੋਈ ਇਦਾਂ ਦਾ ਰਿਸਪੌਂਸ ਮਿਲਿਆ ਨਹੀਂ, ਕਿਉਂਕਿ ਮੈਂ ਜਦੋਂ ਪੇਜ ਬਣਾਇਆ ਸੀ ਮੈਂ ਸਿਰਫ ਆਪਣੇ ਫੇਸਬੁੱਕ ਤੇ ਸ਼ੇਅਰ ਕੀਤਾ ਸੀਗਾ, ਔਰ ਮੈਂ ਕਿਹਾ ਸੀਗਾ ਭਾਜੀ ਹੁਣਾਂ ਨੂੰ ਕਿਹਾ ਸੀ, ਗੁਰਪ੍ਰੀਤ ਸਹੋਤਾ ਉਹਨਾਂ ਨੇ ਸ਼ੇਅਰ ਕੀਤਾ ਸੀ, ਤਾਂ ਤੁਹਾਨੂੰ ਥੋੜੀ ਜਿਹੀ ਫੰਡਿੰਗ 'ਚ ਹੈਲਪ ਹੋਈ ਸੀ, ਕਿਉਂਕਿ ਉਹਨਾਂ ਨੇ ਸ਼ੇਅਰ ਕੀਤਾ ਸੀ ਤਾਂ ਅਸੀਂ ਇੰਨੀ ਫੰਡ ਇਕੱਠੀ ਕਰ ਸਕੇ। ਔਰ ਸਾਂਝਾ ਨੂੰ ਕਿਵੇਂ ਤੁਸੀਂ ਮਿਲੇ? ਤੁਸੀਂ ਸਾਡੇ ਤੱਕ ਅਪਰੋਚ ਕੀਤੀ, ਮੈਨੂੰ ਬੜਾ ਵਧੀਆ ਲੱਗਾ ਕਿ ਤੁਸੀਂ ਜੈਸ ਦਾ ਜਿਹੜਾ ਹੈਲਪ ਦੇ ਲਈ ਸਾਨੂੰ ਅਪਰੋਚ ਕੀਤਾ ਕਿ ਅਸੀਂ ਤੁਹਾਡੇ ਨਾਲ ਖੜੀਏ। ਜੀ, ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਹੁੰਦੀ ਸੀ, ਸਭ ਫੜੇ ਜਾਣਗੇ। ਪਹਿਲਾਂ ਤਾਂ ਮੈਂ ਤੁਹਾਡਾ ਉਹ ਪ੍ਰੋਗਰਾਮ ਦੇਖਿਆ ਸੀ, ਫਿਰ ਉਸ ਤੋਂ ਬਾਅਦ ਤੁਹਾਡੀ ਫਿਰ ਪੇਜ ਲਾਈਕ ਕੀਤਾ ਤੇ ਤੁਹਾਡੀ ਜਿਹੜੀ ਵੀ ਕੋਈ ਆਉਂਦੀ ਸੀ ਨਿਊਜ਼ ਆਪਾਂ ਦੇਖ ਲੈਂਦੇ ਸੀ, ਤੇ ਮੈਨੂੰ ਲੱਗਾ ਕਿ ਮੈਂ ਤੁਹਾਨੂੰ ਪੁੱਛ ਸਕਦੀ ਹਾਂ, ਕਿ ਮੈਂ ਤੁਹਾਨੂੰ ਪੁੱਛਾਂ, ਕਿਉਂਕਿ ਮੈਂ ਹੁਣ ਜ਼ਿਆਦਾ ਜਾਣਦੀ ਤਾਂ ਨਹੀਂ ਕਿਸੇ ਨੂੰ, ਪਰ ਫਿਰ ਮੈਨੂੰ ਲੱਗਾ ਕਿ ਮੈਂ ਤੁਹਾਡੇ ਨਾਲ ਅਪਰੋਚ ਕਰਕੇ ਦੇਖਦੀ ਹਾਂ ਕਿ ਚਲੋ ਹੋ ਸਕਦਾ ਕਿ ਆਪਾਂ ਨੂੰ ਇੱਥੋਂ ਹੈਲਪ ਹੋ ਜਾਏ। ਜੀ। ਤੇ ਬਿਲਕੁਲ ਜੈਸ, ਸਾਂਝਾ ਟੀਵੀ ਤੇਰੇ ਨਾਲ ਆ, ਸੋ ਆਪਾਂ ਸਾਰਿਆਂ ਦਾ ਸਾਂਝਾ ਆ, ਸੋ ਆਪਾਂ ਸਾਰਿਆਂ ਨੇ ਰਲ ਕੇ ਫੰਡਿੰਗ ਇਕੱਠੀ ਕਰਨੀ ਆ। ਸੋ ਜਦੋਂ ਜੈਸ ਦੀ ਨਵੀਂ ਚੇਅਰ ਆ ਗਈ ਆ, ਕਿੰਨੇ ਐਕਸਾਈਟਡ ਆ ਤੁਸੀਂ ਉਹ ਚੇਅਰ ਲੈਣ ਦੀ? ਬਹੁਤ। ਸੋ ਬਰਥਡੇ ਗਿਫਟ ਹੀ ਆ ਉਹ ਤੁਹਾਡਾ ਨਾ? ਹਾਂਜੀ। ਕਦੋਂ ਬਰਥਡੇ ਆ ਜੈਸ ਤੁਹਾਡਾ? ਨਵੰਬਰ 24। ਨਵੰਬਰ 24। ਹਾਂਜੀ ਸੋ ਉਦੋਂ ਬਾਈ ਕਰਨੀ ਆ ਜਾਂ ਉਹਦੇ ਤੋਂ ਪਹਿਲਾਂ ਬਾਈ ਕਰਨੀ ਆ? ਪਹਿਲਾਂ ਹੀ ਕਰਾਂਗੇ, ਫੇਰ ਹੀ ਆਪਾਂ 24 ਨੂੰ ਉੱਚ ਬੈਠ ਕੇ ਕੇਕ ਕੱਟਾਂਗੇ, ਹਾਂਜੀ ਰਾਈਟ? ਸੋ ਵੀ ਆਰ ਬਡੀਜ਼, ਰਾਈਟ? ਹੁਣ ਤੁਸੀਂ ਮੇਰੇ ਪੱਕੇ ਵਾਲੇ ਦੋਸਤ ਬਣ ਗਏ, ਹਾਂਜੀ ਪੱਕੇ ਵਾਲੇ ਫਰੈਂਡ। ਹਾਂਜੀ। ਸੋ ਮੈਂ ਤੁਹਾਨੂੰ ਨਾਲ ਲੈ ਕੇ ਨਵੀਂ ਚੇਅਰ ਦੇ ਵਿੱਚ ਬਾਹਰ ਜਾ ਸਕਦੀ ਹਾਂ ਡਿਨਰ ਖਾਣ ਤੁਹਾਡੇ ਨਾਲ? ਹਾਂਜੀ ਪੱਕਾ ਪ੍ਰੋਮਿਸ ਹੈ? ਪੱਕਾ। ਕਿੱਥੇ ਜਾਣਾ ਪ੍ਰੈਫਰ ਕਰੋਗੇ? ਕੀ ਲਾਈਕ ਕਰਦੇ ਆ ਤੁਸੀਂ ਬਾਹਰ ਜਾਣਾ? ਜਿੱਥੇ ਤੁਸੀਂ ਕਹੋਗੇ ਮੈਂ ਚੱਲ ਜਾਊਂਗਾ। ਮੈਂ ਤੇ ਸਾਂਝਾ ਟੀਵੀ ਤੇ ਲੈ ਜਾਣਾ, ਫਿਰ ਉੱਥੇ ਆਪਾਂ ਇੰਟਰਵਿਊ ਕਰਾਂਗੇ। ਠੀਕ ਹੈ ਜੀ। ਠੀਕ ਹੈ ਜੀ? ਹਾਂਜੀ ਪ੍ਰੋਮਿਸ? ਹਾਂਜੀ। ਦੈਟਸ ਗੁੱਡ, ਥੈਂਕ ਯੂ ਜੈਸ। ਤੇ ਲਖਵੀਰ, ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਕਮਿਊਨਿਟੀ ਨੂੰ? ਕਿਵੇਂ ਆਪਣਾ ਮੈਸੇਜ ਪਾਸ ਕਰਨਾ ਚਾਹੁੰਦੇ ਆ? ਮੈਂ ਚਾਹੁੰਦੀ ਹਾਂ ਕਿ ਮੈਂ ਜਿੱਦਾਂ ਦੇਖਿਆ ਕਿ ਪਹਿਲਾਂ ਅਸੀਂ ਜਿੰਨਾ ਚਿਰ ਬੰਦਾ ਕਿਸੇ ਚੀਜ਼ ਦੇ ਥਰੂ ਜਾਂਦਾ ਨਹੀਂ, ਉਹਨੂੰ ਪਤਾ ਨਹੀਂ ਹੁੰਦਾ। ਹੁਣ ਮੈਨੂੰ ਜਿੱਦਾਂ ਫੰਡਿੰਗ ਚਾਹੀਦੀ ਸੀ, ਤੇ ਆਹ ਟਾਈਮ ਇਦਾਂ ਦਾ ਸੀਗਾ ਕਿ ਆਪਾਂ ਨੂੰ ਫੰਡਿੰਗ ਜ਼ਿਆਦਾ ਇਕੱਠੀ ਹੋ ਨਹੀਂ ਰਹੀ ਸੀ, ਪਰ ਮੈਂ ਚਾਹੁੰਦੀ ਕਿ ਸਾਡੇ ਕਮਿਊਨਿਟੀ ਦੇ ਵਿੱਚ ਬਹੁਤ ਸੋਰਸਸ ਆ, ਪਰ ਉਹ ਜਿੱਦਾਂ ਆਪਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਐਟਲੀਸਟ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਇੱਕ ਇਦਾਂ ਦਾ ਉਹ ਇੱਕ ਆਪਣਾ ਗੋਲ ਰੱਖਣ ਕਿ ਐਟਲੀਸਟ ਅਸੀਂ ਇਦਾਂ ਦੇ ਸਪੈਸ਼ਲ ਨਿਆਣੇ ਦੀ ਹੈਲਪ ਕਰਨੀ ਆ, ਕਿਉਂਕਿ ਜਦੋਂ ਵੀ ਕਿਤੇ ਕੁਝ ਹੁੰਦਾ ਕਮਿਊਨਿਟੀ ਖੜਦੀ ਨਾਲ ਉਹਨਾਂ ਦੇ, ਤੇ ਉਹ ਕਰਦੇ ਵੀ ਆ। ਪਰ ਮੈਨੂੰ ਇੰਨਾ ਅੱਜ ਤੱਕ ਮੈਂ ਇਹ ਦੇਖਿਆ ਨਹੀਂ ਆ ਕਿ ਕੋਈ ਸਪੈਸ਼ਲ ਨਿਆਣੇ ਲਈ ਹੈਲਪ ਕਰਨੀ ਹੋਵੇ ਤੇ ਸਾਡੇ ਜਿੰਨੇ ਅਮਾਈਨ ਆਪਣੇ ਕਮਿਊਨਿਟੀ ਦੇ ਰੇਡੀਓਜ਼ ਆ ਜਾਂ ਕੁਝ ਵੀ ਆ, ਉਹ ਅੱਗੇ ਆਏ ਹੋਣ ਕਿ ਹਾਂ ਅਸੀਂ ਸਪੈਸ਼ਲ ਨਿਆਣੇ ਦੀ ਹੈਲਪ ਕਰ ਸਕਦੇ ਹਾਂ। ਤੇ ਮੈਨੂੰ ਇਹ ਹੈ ਕਿ ਉਹ ਜ਼ਰੂਰ ਇਦਾਂ ਦਾ ਕੁਝ ਕਰਨ ਕਿ ਸਪੈਸ਼ਲ ਨਹੀਂ ਨਿਆਣੇ ਉਹਨਾਂ ਦੀ ਹੈਲਪ ਉਹ ਕਰਨ, ਕਿਉਂਕਿ ਇਹ ਵੀ ਆਪਣੀ ਕਮਿਊਨਿਟੀ 'ਚ ਇਹ ਵੀ ਹੈਗੇ ਆ। ਇੱਕ ਮਾਂ ਹਮੇਸ਼ਾ ਆਪਣੇ ਬੱਚੇ ਨੂੰ ਆਪਣੇ ਪੈਰਾਂ ਤੇ ਤੁਰਿਆ ਫਿਰਦਾ, ਹੱਸਦਾ ਖੇਡਦਾ ਦੇਖਣਾ ਪਸੰਦ ਕਰਦੀ ਆ। ਜੀ। ਉਹ ਚਾਹੁੰਦੀ ਆ ਕਿ ਹਰ ਇੱਕ ਖੁਸ਼ੀ ਮੈਂ ਦੁਨੀਆ ਦੀ ਦੇ ਸਕਾਂ ਆਪਣੇ ਬੱਚੇ ਨੂੰ। ਸੋ ਤੁਸੀਂ ਇੱਕ ਚੇਅਰ ਦੀ ਜਿਹੜੀ ਆਪਣੀ ਕੋਸ਼ਿਸ਼ ਕਰ ਰਹੇ ਹੈਗੇ ਆ, ਬੀਇੰਗ ਮੈਂ ਕਹਿ ਸਕਦੀ ਹਾਂ ਸਿੰਗਲ ਮਮ, ਤੁਸੀਂ ਸਟਰਗਲ ਕਰ ਰਹੇ ਆ, ਤੁਹਾਡੀ ਬੇਟੀ ਸਟੱਡੀ ਕਰ ਰਹੀ ਹੈਗੀ ਆ, ਔਰ ਤੁਸੀਂ ਇਕੱਲੇ ਕਮਾਉਣ ਵਾਲੇ ਹੈਗੇ ਆ, ਤੇ ਬਹੁਤ ਵੱਡੀ ਰਕਮ ਆ ਤੁਹਾਡੇ ਲਈ 49,000। ਬਹੁਤ ਜ਼ਿਆਦਾ। ਹਾਂਜੀ। ਔਰ ਮੈਨੂੰ ਬੜਾ ਫੀਲ ਹੋ ਰਿਹਾ ਕਿ ਤੁਸੀਂ ਬੜਾ ਓਨੈਸਟੀ ਦੇ ਨਾਲ ਦੱਸ ਵੀ ਦਿੱਤਾ ਕਿ ਤੁਹਾਡੇ ਕੋਲ ਇੰਨੀ ਫੰਡਿੰਗ ਇਕੱਠੀ ਹੋ ਚੁੱਕੀ ਹੈ। ਸੋ ਸਿਰਫ ਤੁਹਾਨੂੰ 25 ਹੋਰ ਚਾਹੀਦਾ। 25 ਹੋਰ ਚਾਹੀਦਾ। ਤੇ ਜਿਹੜੇ ਸਪੈਸ਼ਲ ਨੀਡ ਕਿਡਸ ਆ, ਕਈ ਲੋਕ ਕਹਿੰਦੇ ਆ ਕਿ ਸ਼ਾਇਦ ਮਾਂ-ਬਾਪ ਦੇ ਉੱਤੇ ਇੱਕ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਬੱਚਿਆਂ ਲਈ। ਸੋ ਤੁਸੀਂ ਡੇ 1 ਤੋਂ ਜਿਸ ਕਾਰਨ ਦੀ ਦੇਖ ਰੇਖ ਕਰਦੇ ਆ, ਕਿਹੋ ਜਿਹੀਆਂ ਤੁਹਾਨੂੰ ਔਕੜਾਂ ਮੁਸ਼ਕਲਾਂ
ਕਿਹੋ ਜਿਹਾ ਸਮਾਂ ਹੁੰਦਾ ਆ, ਕਿਵੇਂ ਤੁਸੀਂ ਸਾਰਾ ਮੈਨੇਜ ਕਰਦੇ ਆ? ਕੰਮ ਵੀ ਕਰਦੇ ਆ ਤੁਸੀਂ ਰਾਤ ਨੂੰ? ਹਾਂਜੀ, ਬਹੁਤ ਮੁਸ਼ਕਲ ਹੁੰਦਾ ਆ। ਪਹਿਲੀ ਗੱਲ ਤੇ ਇਹ ਕਿ ਤੁਹਾਨੂੰ ਜਦੋਂ ਸਪੈਸ਼ਲੀ ਜਦ ਮੈਂ ਕਹਿੰਦੀ ਕਿ ਮੇਰੀ ਫੈਮਿਲੀ ਨਹੀਂ ਇੱਥੇ, ਇੱਕ ਇਮੋਸ਼ਨਲ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ। ਔਰ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਗਏ ਸੀ, ਮੈਨੂੰ ਲੱਗਦਾ ਸੀ ਕਿ ਇਕੱਲੀ ਮੈਂ ਆ, ਔਰ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਕਿ ਮੇਰੇ ਮੁੰਡੇ ਨੂੰ ਪ੍ਰੋਬਲਮ ਕਾਹਤੇ ਆ ਗਈ, ਸਾਰੇ ਚੰਗੇ ਭਲੇ ਤੁਰੇ ਫਿਰਦੇ। ਫਿਰ ਜਿੱਦਾਂ ਅਸੀਂ ਗਰੁੱਪ 'ਚ ਗਏ ਤੇ ਅਸੀਂ ਦੇਖਿਆ ਕਿ ਹੋਰ ਵੀ ਇਦਾਂ ਦੇ ਮਾਪੇ ਹੈਗੇ ਆ ਜਿਨ੍ਹਾਂ ਕੋਲ ਬੱਚੇ ਆ। ਔਰ ਫਿਰ ਹੌਲੀ ਅਸੀਂ ਇੱਕ ਦੂਜੇ ਨਾਲ ਗੱਲ ਕੀਤੀ, ਸਾਨੂੰ ਲੱਗਾ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ, ਹੋਰ ਵੀ ਮਾਪੇ ਹੈਗੇ ਜਿਨ੍ਹਾਂ ਨਾਲ ਅਸੀਂ ਆਪਣੇ ਸ਼ੇਅਰ ਕਰਦੇ ਹਾਂ ਆਪਣੀਆਂ ਪ੍ਰੋਬਲਮਾਂ, ਚਲੋ ਉਹਨਾਂ ਨੂੰ ਪੁੱਛਦੇ ਸੀ। ਇੱਕ ਗਰੁੱਪ ਬਣ ਗਿਆ, ਸਪੋਰਟ ਹੋ ਗਏ, ਫਰੈਂਡ ਸੀ, ਸਪੋਰਟ ਕਰਦੇ ਸੀ। ਪਰ ਐਜ਼ ਏ ਕਿ ਜਿੱਦਾਂ ਕੋਈ ਫੈਮਿਲੀ, ਜਿੱਦਾਂ ਮੈਂ ਜੇ ਆਪਣੀ ਦੱਸਾਂ ਆਪਣੀ ਕਿ ਮੇਰੀ ਫੈਮਿਲੀ ਨਹੀਂ, ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਤੇ ਸ਼ੁਰੂ ਤੋਂ ਮੈਂ ਹੀ ਇਹਨੂੰ ਸਾਂਭਦੀ ਹਾਂ, ਈਵਨ ਕਿਸੇ ਨੇ ਸਾਂਭਣ 'ਚ ਵੀ ਨਹੀਂ ਕੀਤਾ। ਪਰ ਹੁਣ ਤਾਂ ਤੁਹਾਡਾ ਪਰਿਵਾਰ ਵੱਡਾ ਹੋ ਗਿਆ ਨਾ, ਸਾਂਝੀ ਦੀ ਫੈਮਿਲੀ ਤੁਹਾਡੇ ਨਾਲ ਆ ਗਈ ਹੈ ਨਾ। ਹੋ ਗਿਆ ਜਦੋਂ ਮਤਲਬ ਜਦੋਂ ਤੁਸੀਂ ਮੈਨੂੰ ਇੰਨਾ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ, ਤੇ ਇੱਕ ਤਰ੍ਹਾਂ ਮੈਨੂੰ ਬਹੁਤ ਹੌਸਲਾ ਹੋ ਗਿਆ ਕਿ ਮੈਂ ਇਕੱਲੀ ਨਹੀਂ। ਬਿਕੋਜ਼ $25,000 ਜਿਹਨੂੰ ਵੀ ਮੈਂ ਪੁੱਛਦੀ ਉਹ ਕਹਿੰਦੇ ਕੋਈ ਵੱਡੀ ਗੱਲ ਨਹੀਂ। ਪਰ ਮੈਂ ਕਿਹਾ ਵੱਡੀ ਗੱਲ ਤਾਂ ਨਹੀਂ ਕਿਉਂਕਿ ਆਪਣੇ ਕੋਲ ਹੈ ਨਹੀਂ। ਮੇਰੇ ਲਈ ਤੇ ਬਹੁਤ ਵੱਡੀ ਆ, ਹਾਂ ਤੁਸੀਂ ਤਾਂ ਕਹਿਤਾ ਵੱਡੀ ਗੱਲ ਨਹੀਂ, ਪਰ ਜਦੋਂ ਉਹ ਇਕੱਠੇ ਹੋ ਜਾਣਗੇ ਤਾਂ ਸ਼ਾਇਦ ਮੈਨੂੰ ਵੀ ਲੱਗੇ ਕਿ ਛੋਟੀ ਜਿਹੀ ਰਕਮ ਆ, ਪਰ ਇਸ ਲਈ ਬਹੁਤ ਵੱਡੀ ਆ। ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਇਹੋ ਜਿਹੇ ਬੱਚੇ ਹੈਗੇ ਆ ਸਪੈਸ਼ਲ ਨੀਡ ਵਾਲੇ, ਔਰ ਕੀ ਮੈਸੇਜ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਦੇਣਾ ਚਾਹੁੰਦੇ ਹੋ, ਕਿਉਂਕਿ ਤੁਸੀਂ ਇੱਕ ਮਾਂ ਆ, ਕੀ ਮੈਸੇਜ ਤੁਹਾਡਾ ਉਹਨਾਂ ਲਈ ਹੋਵੇਗਾ? ਉਹਨਾਂ ਨੂੰ ਮੈਂ ਕਹੂੰਗੀ ਕਿ ਕੋਈ ਜੋ ਚੀਜ਼ ਅਸੀਂ ਚੇਂਜ ਨਹੀਂ ਕਰ ਸਕਦੇ ਉਹਨੂੰ ਆਪਾਂ ਐਕਸੈਪਟ ਕਰ ਲਈਏ, ਕਿਉਂਕਿ ਜੋ ਮੈਂ ਜੇ ਦੇਖਿਆ ਕਿ ਮੈਂ ਚੇਂਜ ਨਹੀਂ ਕੁਝ ਕਰ ਸਕਦੀ ਸੀ, ਜੇ ਮੈਂ ਇਸ ਚੀਜ਼ ਨੂੰ ਲੈ ਕੇ ਬੈਠਾ ਕਿ ਹਾਏ ਇਹਨੂੰ ਇਦਾਂ ਹੋ ਗਿਆ, ਕਾਹਤੇ ਹੋ ਗਿਆ, ਤੇ ਮੈਂ ਉਸ ਚੀਜ਼ 'ਚੋਂ ਕਦੇ ਨਿਕਲ ਹੀ ਨਹੀਂ ਸੀ ਸਕਦੀ। ਮੈਂ ਉਸ ਚੀਜ਼ ਨੂੰ ਐਕਸੈਪਟ ਕੀਤਾ ਔਰ ਮੈਂ ਉਸ ਚੀਜ਼ ਦੇ ਨਾਲ ਚੱਲਿਆ, ਉਹਨੂੰ ਮੰਨ ਕੇ ਚੱਲੀ ਕਿ ਠੀਕ ਹੈ ਮੈਂ ਇਹਨੂੰ ਚੇਂਜ ਨਹੀਂ ਕਰ ਸਕਦੀ, ਪਰ ਮੈਂ ਟਰਾਈ ਕਰ ਸਕਦੀ ਕਿ ਮੈਂ ਉਸ ਚੀਜ਼ ਨੂੰ ਬੈਟਰ ਕਿੱਦਾਂ ਕਰ ਸਕਦੀ। ਤੇ ਸਟੱਡੀ ਦੇ ਵਿੱਚ ਕਿੱਦਾਂ ਜੈਸ, ਕਿੰਨਾ ਕੁ ਇੰਪਰੂਵਮੈਂਟ ਇਹਨਾਂ ਦੀ ਹੋਈ ਹੈ? ਸਟੱਡੀ ਨੂੰ ਕਿਵੇਂ ਆ? ਸਟੱਡੀ ਨੂੰ ਠੀਕ ਹੈ, ਪਰ ਥੋੜਾ ਆਪਣੀ ਜਿੱਦਾਂ ਏਜ ਤੋਂ ਲੈ ਕੇ ਥੋੜਾ ਡਿਲੇ ਆ। ਹਾਂਜੀ। ਤੇ ਘਰ ਦੇ ਵਿੱਚ ਕਿਵੇਂ ਰਹਿੰਦਾ, ਆਪਣੀ ਸਿਸਟਰ ਦੇ ਨਾਲ ਸੁਭਾਅ ਕਿਵੇਂ ਰਹਿੰਦਾ ਆ? ਕਦੇ ਇਦਾਂ ਹੁੰਦਾ ਕਿਉਂਕਿ ਕਈ ਵਾਰੀ ਬੱਚਾ ਜਿੱਦ ਕਰਦਾ ਜਾਂ ਚਿੜਚਿੜਾ ਹੁੰਦਾ ਜਾਂ ਇਦਾਂ ਕੁਝ ਤੁਹਾਨੂੰ ਕਦੇ ਔਖਾ ਹੋਇਆ? ਨਹੀਂ, ਇਹਦੇ ਵੱਲੋਂ ਮੈਨੂੰ ਕੁਝ ਨਹੀਂ ਇਦਾਂ ਦਾ, ਕਿਉਂਕਿ ਬਹੁਤ ਵਧੀਆ। ਹਾਂਜੀ, ਜੈਸ ਇਹ ਤਾਂ ਗਲਤੀ ਨਾ ਵੀ ਹੋਵੇ ਆਪਣੀ ਆਪ ਹੀ ਮੰਨ ਲੈਂਦਾ ਹੁੰਦਾ। ਜੈਸ ਦੈਟਸ ਵੈਰੀ ਨਾਈਸ ਕਿ ਤੁਹਾਨੂੰ ਤਾਂ ਬੜਾ ਗੁੱਡ ਕਿਡ ਆ, ਮਮ ਤੁਹਾਡੀ ਸਿਫਤ ਕਰ ਰਹੇ ਹੈਗੇ ਆ, ਵੈਰੀ ਸਵੀਟ। ਸੋ ਤੁਸੀਂ ਕੀ ਮੈਸੇਜ ਦੇਣਾ ਹੈਗਾ ਸਾਰਿਆਂ ਨੂੰ, ਕੀ ਕਹਿਣਾ ਚਾਹੁੰਦੇ ਆ? ਜੈਸ ਕੀ ਕਹਿਣਾ ਚਾਹੁੰਦਾ ਆਪਣੇ ਵੱਲੋਂ? ਬਸ ਮੈਨੂੰ ਵੀਲਰ 'ਚ ਲੈ ਦਿਓ। ਯਾ ਸ਼ੋਰ, ਪੁੱਤ ਜ਼ਰੂਰ ਸਾਰੇ ਲੈ ਕੇ ਦੇਣਗੇ। ਔਰ ਤੁਸੀਂ ਤਾਂ ਬਹੁਤ ਬਰੇਵ ਆ। ਹੁਣ ਤੁਸੀਂ ਮੈਨੂੰ ਪ੍ਰੋਮਿਸ ਕੀਤਾ ਨਾ ਆਪਾਂ ਆਊਟ ਜਾਣਾ ਹੈਗਾ ਆ ਨਾ? ਹਾਂਜੀ ਜੀ। ਤੇ ਬਰਥਡੇ ਦਾ ਕੀ ਵੀਲ ਚੇਅਰ ਗਿਫਟ ਲੈਣਾ, ਹੋਰ ਕੀ ਗਿਫਟ ਲੈਣਾ ਜੈਸ ਨੇ? ਵੀਲਰ 'ਚ ਮਿਲ ਜਾਵੇ ਤੇ ਬਹੁਤ ਹੈ। ਉਹੀ ਬਾਤ ਹੈ। ਹਾਂਜੀ। ਪਰ ਬਰਥਡੇ ਜਦੋਂ ਤੁਹਾਡਾ ਆਉਂਦਾ ਹੁੰਦਾ, ਤੁਸੀਂ ਸੈਲੀਬ੍ਰੇਟ ਕਰਦੇ ਆ, ਫਿਰ ਮਮ ਕਿੱਦਾਂ ਦੇ ਗਿਫਟ ਲੈ ਕੇ ਦਿੰਦੇ ਆ? ਮਮ ਗੇਮ ਕੋਈ ਪਲੇ ਕਰਨਾ ਪਸੰਦ ਕਰਦੇ ਆ ਜੈਸ? ਟੀਵੀ ਕੀ ਦੇਖਣਾ ਪਸੰਦ ਕਰਦੇ ਆ? ਟੀਵੀ ਜੋ ਲੱਭ ਜਾਂਦਾ ਉਹ ਹੀ ਦੇਖਦਾ। ਜੋ ਲੱਭ ਜਾਂਦਾ। ਤੇ ਬੁੱਕਸ ਰੀਡ ਕਰਨੀਆਂ ਪਸੰਦ ਕਰਦੇ ਆ ਤੁਸੀਂ? ਨਹੀਂ ਕਰਦੇ ਰੀਡ ਕਰਨੀਆਂ ਬੁੱਕਸ? ਓ ਮੈਂ ਤੇ ਸੋਚਿਆ ਤੁਸੀਂ ਬੁੱਕਸ ਰੀਡ ਕਰਨੀਆਂ ਪਸੰਦ ਕਰਦੇ ਹੋਵੋਗੇ। ਸਿਸਟਰ ਨਾਲ ਫਾਈਟ ਕਰਦੇ ਹੁੰਦੇ ਆ? ਸਿਸਟਰ ਕਰਦੀ ਹੈ। ਸਿਸਟਰ ਕਰਦੀ ਹੁੰਦੀ ਆ? ਕਦੇ ਮੈਂ ਵੀ ਕਰ ਲੈਂਦਾ। ਕਦੇ ਹਾਂ। ਸੀ ਸੱਚ ਬੋਲ ਦਿੰਦੇ ਆ ਜਿਸ ਕਾਰਨ ਸਾਰੀਆਂ ਗੱਲਾਂ ਨਾ। ਜੈਸ ਤੁਸੀਂ ਬਹੁਤ ਸਵੀਟ ਆ। ਸੋ ਆਪਾਂ ਜਿਹੜਾ ਮਿਸ਼ਨ ਜੈਸ ਆ ਨਾ, ਹੁਣ ਆਪਾਂ ਮਿਸ਼ਨ ਆਰੀਅਨ, ਤੁਸੀਂ ਦੇਖਿਆ ਸੀ ਮਿਸ਼ਨ ਆਰੀਅਨ ਆਪਾਂ ਫਤਿਹ ਕੀਤਾ ਸੀ? ਨਹੀਂ ਦੇਖਿਆ ਨਹੀਂ ਸੀ? ਜਿਹੜਾ ਛੋਟੇ ਬੇਬੀ ਲਈ ਆਪਾਂ ਮਨੀ ਇਕੱਠੀ ਕੀਤੀ ਸੀ। ਹਾਂਜੀ, ਮੰਮੀ ਦੱਸਦੀ ਸੀਗੀ। ਹਾਂ, ਤੇ ਹੁਣ ਆਪਾਂ ਮਿਸ਼ਨ ਕਿਹੜਾ ਕਰਨਾ ਹੈਗਾ? ਨੈਕਸਟ ਮਿਸ਼ਨ ਕਿਹੜਾ ਆਪਣਾ? ਜੈਸ। ਮਿਸ਼ਨ ਜੈਸ। ਯੈਸ, ਆਪਾਂ ਮਿਸ਼ਨ ਜੈਸ ਹੁਣ ਸਕਸੈਸ ਕਰਨਾ ਹੈਗਾ। ਸੋ ਜਰੂਰ ਆਪਾਂ ਤੁਹਾਡੇ ਬਰਥਡੇ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਕਰਨੀ ਹੈ। ਸੋ ਆਪਾਂ ਜੈਸ ਦੇ ਬਰਥਡੇ ਤੋਂ ਪਹਿਲਾਂ ਜੈਸ ਲਈ ਇੱਕ ਪਾਵਰ ਵੀਲ ਚੇਅਰ ਜਿਹੜੀ ਆ ਉਹ ਲੈਣੀ ਹੈਗੀ ਆ ਨਾ? ਹਾਂਜੀ। ਯਾ। ਸੋ ਥੈਂਕ ਯੂ ਜੈਸ ਫॉर योर ਟਾਈਮ। ਯੂ ਵੈਲਕਮ। ਥੈਂਕ ਯੂ ਵੈਰੀ ਮੱਚ। ਤੇ ਲਖਵੀਰ ਜੀ ਥੈਂਕ ਯੂ ਵੈਰੀ ਮੱਚ। ਤੇ ਜਰੂਰ ਤੁਹਾਡਾ ਮੈਸੇਜ ਅਸੀਂ ਕਮਿਊਨਿਟੀ ਤੱਕ ਪਹੁੰਚਦਾ ਕਰਦੇ ਆ। ਤੇ ਨਵੰਬਰ ਦੇ ਵਿੱਚ ਬਰਥਡੇ ਹੈ ਜੈਸ ਦਾ, ਤੇ ਨਵੰਬਰ ਦੇ ਵਿੱਚ ਅਸੀਂ ਜਰੂਰ ਨਵੀਂ ਚੇਅਰ 'ਚ ਬੈਠ ਕੇ ਕੇਕ ਕੱਟਾਂਗੇ। Thank you so much. No problem ਜੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੈਸ ਬੱਚੇ। ਗੋਡ ਬਲੈਸ ਯੂ। ਤੇ ਆਪਾਂ ਤੁਹਾਡਾ ਕੇਕ ਨਵੀਂ ਚੇਅਰ 'ਚ ਬੈਠ ਕੇ ਕੱਟਾਂਗੇ। ਠੀਕ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਗੱਲਬਾਤ ਕੀਤੀ ਅਸੀਂ ਲਖਵੀਰ ਹੋਣਾ ਦੇ ਨਾਲ, ਤੇ ਬਹੁਤ ਹੀ ਪਿਆਰਾ ਨੌਜਵਾਨ
ਪਿਆਰਾ ਜਿਹਾ ਜੈਸ ਸਹੋਤਾ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਂਝਾ ਟੀਵੀ ਦੇ ਇਸ ਮਿਸ਼ਨ ਜੈਸ ਦੇ ਵਿੱਚ ਵੀ ਤੁਸੀਂ ਸਾਡਾ ਸਾਥ ਦਿਓਗੇ। ਕਹਿੰਦੇ ਕਿ ਕਮਿਊਨਿਟੀ ਦਾ ਕੋਈ ਵੀ ਕੰਮ ਹੋਵੇ ਤੇ ਅਸੀਂ ਜਦੋਂ ਰਲ ਕੇ ਚੱਲਦੇ ਹਾਂ, ਅਸੀਂ ਰਲ ਕੇ ਇਹੋ ਜਿਹੇ ਕੰਮਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ ਤੇ ਸਾਡੀ ਕਮਿਊਨਿਟੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦੇ ਨਾਲ ਸੋਚਦੀ ਆ। ਸੋ ਕੁਝ ਖਾਸ ਨਹੀਂ ਜੀ, ਇਸ ਬੱਚੇ ਦੀ ਜਿਹੜੀ ਵੀਲ ਚੇਅਰ ਲੈਣ ਦੇ ਲਈ ਸਿਰਫ $25,000 ਚਾਹੀਦਾ ਹੈ ਗੋਫੰਡਮੀ ਤੇ। ਸੋ ਸਾਂਝਾ ਟੀਵੀ ਨੇ ਜਿੱਥੇ ਸਾਡਾ ਕਾਰਵਾਂ ਜਿਹੜਾ ਚੱਲਿਆ ਸੀ ਮਿਸ਼ਨ ਆਰੀਅਨ ਨੂੰ ਲੈ ਕੇ, ਉਹ ਕਾਰਵਾਂ ਸਾਡਾ ਖੜਾ ਨਹੀਂ ਹੋਇਆ। ਉਸ ਕਾਰਵਾਂ ਦੇ ਵਿੱਚ ਸਾਡੇ ਤੱਕ ਪਹੁੰਚ ਕੀਤੀ ਜੈਸ ਸਹੋਤਾ ਨੇ, ਜਸਕਰਨ ਸਹੋਤਾ ਨੇ। ਸੋ ਉਹ ਕਾਰਵਾਂ ਸਾਡਾ ਉਵੇਂ ਹੀ ਚੱਲਦਾ ਰਿਹਾ ਤੇ ਅੱਜ ਅਸੀਂ ਸਾਂਝੇ ਦੀ ਟੀਮ ਜਸਕਰਨ ਦੇ ਘਰੇ ਆਏ ਆ। ਜਸਕਰਨ ਸਹੋਤਾ, ਜਿਹਨੂੰ ਪਿਆਰ ਦੇ ਨਾਲ ਅਸੀਂ ਜੈਸ ਕਹਿੰਦੇ ਆ। ਸੋ ਸਾਡਾ ਛੋਟਾ ਜਿਹਾ ਕਾਰਵਾਂ ਆ, ਛੋਟੀ ਜੀ ਸਾਡੀ ਜਿਹੜੀ ਇੱਕ ਕੋਸ਼ਿਸ਼ ਆ ਇਸ ਬੱਚੇ ਨੂੰ, ਇਸ ਦੇ ਜਨਮ ਦਿਨ ਜੋ ਕਿ ਨਵੰਬਰ ਦੇ ਵਿੱਚ ਆ, ਉਸ ਤੋਂ ਪਹਿਲਾਂ ਇਹਨੂੰ ਇਹਦੀ ਜਿਹੜੀ ਪਾਵਰ ਚੇਅਰ ਲੈ ਕੇ ਦੇਣ ਦੀ। ਸੋ ਮੈਨੂੰ ਪੂਰੀ ਉਮੀਦ ਆ, ਬਹੁਤ ਮਾਣ ਆ ਸਾਨੂੰ ਕਮਿਊਨਿਟੀ ਤੇ ਕਿ ਕਮਿਊਨਿਟੀ ਇਸ ਬੱਚੇ ਦੇ ਜਿਹੜੇ ਇੱਕ ਛੋਟੀ ਜੀ ਚੇਅਰ ਦੇ ਸੁਪਨੇ ਆ, ਜਿਹਦੇ ਵਿੱਚ ਚੱਲ ਸਕਦਾ, ਖੜ ਸਕਦਾ, ਆਪਣੇ ਕੰਮ ਆਪ ਕਰ ਸਕਦਾ। ਸੋ ਲਖਵੀਰ ਹੋਣਾ ਨੇ ਕਮਿਊਨਿਟੀ ਅੱਗੇ ਬੇਨਤੀ ਕੀਤੀ ਹੈ ਤੇ ਬੱਚੇ ਨੇ ਬਹੁਤ ਪਿਆਰਾ ਮੈਸੇਜ ਦਿੱਤਾ ਆ। ਸੋ ਇਸੇ ਤਰ੍ਹਾਂ ਹੀ ਤੁਹਾਡੇ ਅੱਗੇ ਵੀ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਸ ਬੱਚੇ ਦਾ ਗੋਫੰਡਮੀ ਦੇ ਰਾਹੀਂ ਸਾਥ ਦਿਓ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਦੀ ਹੋਰ ਕਿਸੇ ਪਰਿਵਾਰ ਦੇ ਨਾਲ ਫਿਰ ਅਸੀਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਲਾਈਵ ਹੋਵਾਂਗੇ, ਤੁਹਾਡੇ ਸਾਹਮਣੇ ਆਵਾਂਗੇ। ਸੋ ਮੈਂ ਬਲਜਿੰਦਰ ਕੌਰ, ਸਰੀ ਡੈਲਟਾ ਤੋਂ, ਕੈਮਰਾਮੈਨ ਜੱਸੀ ਦੇ ਨਾਲ। ਕੀਪ ਵਾਚਿੰਗ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ ਜੀ।